खबर लेने ਅੰਮ੍ਰਿਤਸਰ ਤੋਂ। ਦੀਵਾਲੀ ਮੌਕੇ ਘਰ ਆਈ ਧੀ ਦਾ ਕੀਤਾ ਗਿਆ ਅਨੋਖੇ ਤਰੀਕੇ ਨਾਲ ਸਵਾਗਤ। ਦਾਦੇ ਨੂੰ ਪੋਤੀ ਦੇ ਜਨਮ ਦਿਨ ਤੇ ਚੜਿਆ ਚਾਹ, ਧੀ ਦੇ ਵਜ਼ਨ ਬਰਾਬਰ ਸਿੱਕੇ ਤੋਲ ਕੇ ਕੀਤੇ ਗਏ ਦਾਨ। ਦੀਵਾਲੀ ਦੇ ਮੌਕੇ ਘਰ ਵਿੱਚ ਧੀ ਜੰਮਣ ਤੋਂ ਬਾਅਦ ਘਰਦਿਆਂ ਦਾ ਚਾਹ ਵੇਖਿਆ ਹੀ ਬਣ ਰਿਹਾ ਹੈ। ਅੱਜ ਜਿੱਥੇ ਦੇਸ਼ ਦੇ ਵਿੱਚ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਵਿੱਚ ਹੀ ਮਾਰ ਦਿੰਦੇ ਨੇ, ਉੱਥੇ ਹੀ ਇੱਕ ਤਸਵੀਰ ਵਿਲੱਖਣ ਨਿਕਲ ਕੇ ਸਾਹਮਣੇ ਆਈ ਹੈ। ਇਹ ਤਰਾਜ਼ੂ ਵਿੱਚ ਲੜਕੀ ਦੇ ਨਾਲ ਸਿੱਕਿਆਂ ਨੂੰ ਤੋਲਿਆ ਗਿਆ ਹੈ ਅਤੇ ਘਰ ਦੇ ਵਿੱਚ ਧੀ ਜੰਮਣ ਤੋਂ ਬਾਅਦ ਜੋ ਖੁਸ਼ੀਆਂ ਦਾ ਖੇੜਾ ਇਸ ਘਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਇਹ ਕੋਈ ਨਾਟਕੀ ਕਹਾਣੀ ਨਹੀਂ ਹੈ ਬਲਕਿ ਹਕੀਕਤ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਧੀ ਦੇ ਜੰਮਣ ਤੋਂ ਬਾਅਦ ਘਰਦਿਆਂ ਨੂੰ ਇੰਨਾ ਕੁ ਚਾਅ ਚੜ੍ਹ ਗਿਆ ਕਿ ਉਹਨਾਂ ਨੇ ਧੀ ਦੇ ਵਜ਼ਨ ਦੇ ਨਾਲ ਸਿੱਕੇ ਤੋਲ ਕੇ ਦਾਨ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਜਿਹੜੇ ਹਸਪਤਾਲ ਦੇ ਵਿੱਚ ਹਰਪ੍ਰੀਤ ਕੌਰ ਖਾਲਿਸਤਾਨੀ ਦਾ ਜਨਮ ਹੋਇਆ, ਉਸ ਦੀ ਡਾਕਟਰ ਨੇ ਵੀ ਇਸ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਅੱਜ ਐਸੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਲੋਕ ਜਦੋਂ ਇਹ ਪਤਾ ਲੱਗ ਜਾਵੇ ਕੁੱਖ ਵਿੱਚ ਧੀ ਹੈ ਤਾਂ ਉਸ ਨੂੰ ਜਨਮ ਹੀ ਨਹੀਂ ਲੈਣ ਦਿੰਦੇ। ਇਸ ਸੰਬੰਧ ਵਿੱਚ ਦਾਦਾ ਜੀ ਦੇ ਨਾਲ ਅਤੇ ਡਾਕਟਰ ਸਾਹਿਬ ਦੇ ਨਾਲ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪਾਲ ਸਿੰਘ ਖਾਲਿਸਤਾਨੀ, ਅਕਾਲ ਖਾਲਸਾ ਦਾ ਮੀਰ ਜਹੇਦਾਰ, ਜਥਾ ਸ਼ੇਜਨ ਪਿੰਡ ਰਾਜ ਦਾ ਮੁੱਖ ਸੇਵਾਦਾਰ। ਅੱਜ ਤੁਹਾਡੇ ਘਰ ਜਿਹੜਾ ਬੱਚੀ ਨੇ ਜਨਮ ਲਿਆ, ਕੀ ਲੱਗਦੇ ਨੇ ਤੁਹਾਡੇ? ਇਹ ਮੇਰੀ ਪੋਤਰੀ ਆ ਜੀ, ਇਹਦਾ ਨਾਂ ਹਰਪ੍ਰੀਤ ਕੌਰ ਖਾਲਿਸਤਾਨੀ ਨਾਂ ਰੱਖਿਆ ਵਾ। ਬਹੁਤ ਹੀ ਚਾਅ ਵਾ ਸਾਨੂੰ ਉਹਨਾਂ ਦੀ ਆ। ਅਸੀਂ ਉਹਨੂੰ ਸਿੱਕਿਆਂ ਨਾਲ ਤੋਲਿਆ ਵਾ। ਇੱਥੇ ਹਸਪਤਾਲ ਦੇ ਵਿੱਚ ਹੀ ਸ਼ਾਬਾ ਲਿਆ ਕੇ ਉੱਥੋਂ ਅਸੀਂ ਬਾਜ਼ਾਰੋਂ ਸ਼ਾਬਾ ਸਿੱਕੇ ਲਿਆਂਦੇ, ਉਹਦੇ ਨਾਲ ਤੋਲਿਆ ਗਿਆ। ਅਤੇ ਇਸ ਹਸਪਤਾਲ ਦੇ ਵਿੱਚ ਇੱਕ ਹੋਰ ਵੀ ਬੇਟੀ ਹੋਈ ਸੀ, ਉਹਨੂੰ ਵੀ ਨਾਲ ਅਸੀਂ ਸਿੱਕਿਆਂ ਨਾਲ ਤੋਲਿਆ ਗਿਆ ਵਾ। ਅਤੇ ਇੰਨਾ ਚਾਅ ਹੈਗਾ ਵਾ, ਬਿਆਨ ਨਹੀਂ ਕਰ ਸਕਦੇ ਵੀ ਧੀ ਦਾ ਇੰਨਾ ਚਾਅ। ਮੈਂ ਨਾ ਦਿਵਾਲੀ ਆਈ ਨਾ, ਦਿਵਾਲੀ ਦੇ ਲੋਕ ਕੁਛ ਮੰਗਦੇ ਆ, ਕਹਿੰਦੇ ਆ ਵੀ ਲਕਸ਼ਮੀ ਆਵੇ ਆਵੇ। ਮੈਨੂੰ ਲਕਸ਼ਮੀ ਨਹੀਂ ਚਾਹੀਦੀ, ਮੈਨੂੰ ਧੀ ਚਾਹੀਦੀ। ਇੱਧਰ ਮੇਰੀ ਗੱਲ ਸੁਣੋ, ਮੇਰੇ ਘਰ ਧੀ ਆ ਗਈ ਨਾ ਤਾਂ ਮੇਰਾ ਸਮਝ ਲਓ ਵਾਹਿਗੁਰੂ ਆ ਗਿਆ ਮੇਰੇ ਘਰ। ਅਤੇ ਬਹੁਤ ਚਾਅ ਹੈਗਾ ਵਾ। ਅਸੀਂ ਲੱਡੂ ਵੰਡਣ ਨੇ ਉਦੋਂ ਦੇ ਭੱਜੇ ਫਿਰਨ ਡਏ ਹੈਗੇ ਆ ਆਪਣੇ। ਹਾਂਜੀ ਹਰਪਾਲ ਜੀ, ਪਹਿਲਾਂ ਕਿੰਨੀਆਂ ਬੱਚੇ ਪੋਤਰੀਆਂ ਪੋਤੇ ਨੇ ਤੁਹਾਡੇ? ਇਹ ਪਹਿਲਾਂ ਵੀ ਇੱਕ ਪੋਤਰੀ ਆ ਜੀ, ਉਹ ਸਿਮਰਨ ਕੌਰ ਖਾਲਿਸਤਾਨੀ। ਉਹ ਤਾਂ ਉਹ ਆਪ ਜੀ ਨੂੰ ਪਤਾ ਵੀ ਉਹ ਤੇ ਖਾਲਿਸਤਾਨ ਦਾ ਪ੍ਰਚਾਰ ਕਰਦੀ ਆ। ਅਤੇ ਦੋ ਪੋਤਰੇ ਆ ਜੀ, ਇੱਕ ਦਾ ਨਾਂ ਜਸਪ੍ਰੀਤ ਖਾਲਿਸਤਾਨੀ ਅਤੇ ਜੁਗਰਾਜ ਸਿੰਘ ਖਾਲਿਸਤਾਨੀ ਇੱਕ ਦਾ ਨਾਮ ਆ, ਅਤੇ ਇਹਦਾ ਨਾਂ ਹਰਪ੍ਰੀਤ ਕੌਰ ਖਾਲਿਸਤਾਨੀ। ਹਰਪਾਲ ਜੀ, ਕੀ ਕਹਿਣਾ ਚਾਹੁੰਦੇ? ਬਹੁਤ ਸਾਰੇ ਪਰਿਵਾਰ ਅੱਜ ਦੀ ਡੇਟ 'ਚ ਵੀ ਇਸ ਤਰ੍ਹਾਂ ਦੇ ਨੇ, ਜਦੋਂ ਧੀ ਜੰਮ ਜਾਂਦੀ ਹੈ ਤਾਂ ਕਹਿੰਦੇ ਨੇ ਧੀ ਨਹੀਂ ਸੀ ਹੋਣੀ ਚਾਹੀਦੀ, ਨੂੰਹ ਨੂੰ ਵੀ ਬੇਕਦਰਾ ਕਰ ਦਿੰਦੇ ਨੇ ਉਹ ਪਰਿਵਾਰ। ਵੇਖੋ ਜੀ, ਜਿਹੜਾ ਆਪਣੀ ਨੂੰਹ ਨੂੰ ਬੇਕਦਰਾ ਕਰਦਾ ਨਾ, ਤਾਂ ਸਮਝ ਲਓ ਆਪਣੀ ਧੀ ਨੂੰ ਕਰਨ ਡਿਆ ਵਾ। ਜੇ ਆਪਣੀ ਨੂੰਹ ਨੂੰ ਕੋਈ ਮਾੜਾ ਬੇਕਦਰੀ ਕਰਦਾ ਨਾ, ਤਾਂ ਸਮਝ ਲਓ ਆਪਣੀ ਧੀ ਦੀ ਕਰਨ ਡਿਆ ਹੈਗਾ, ਨੂੰਹ ਦੀ ਨਹੀਂ ਕਰਨ ਡਿਆ ਹੈਗਾ। ਕਿਉਂਕਿ ਵੇਖੋ ਮੇਰੀ ਬੇਨਤੀ ਸੁਣਿਓ, ਜਿਹੜੀ ਧੀ ਤੋਂ ਸਾਰਾ ਕੰਮ ਸ਼ੁਰੂ ਹੁੰਦਾ ਵਾ। ਵੇਖੋ ਧੀ ਘਰ ਆਉਂਦੀ ਆ, ਠੀਕ ਹੈ ਜੀ, ਉਹਨੂੰ ਵਿਆਹੁੰਦੇ, ਫਿਰ ਉਹ ਸੱਸ ਬਣ ਜਾਂਦੀ ਆ। ਪਹਿਲਾਂ ਨੂੰਹ ਬਣਦੀ ਆ, ਫਿਰ ਸੱਸ ਬਣਦੀ ਆ, ਫਿਰ ਉਹ ਦਾਦੀ ਪੋਤਰਿਆਂ ਤੱਕ ਵੇਖੋ ਕਿੱਡਾ ਤਗੜਾ ਉਹ ਮੇਰੀ ਰਿਸ਼ਤਾ ਨਿਭਾਉਂਦੀ ਹੈਗੀ ਆ। ਕੋਈ ਛੋਟਾ ਮੋਟਾ ਰਿਸ਼ਤਾ ਨਹੀਂ। ਧੀ ਤੋਂ ਧੀ ਆਪਾਂ ਕਹਿ ਦਿੰਦੇ ਧੀ ਤੋਂ ਵੇਖੋ, ਧੀ ਤੋਂ ਸ਼ੁਰੂ ਹੁੰਦਾ ਇੱਕ ਰਿਸ਼ਤਾ, ਉਹ ਕਿੱਡੀ ਦੂਰ ਤੱਕ ਜਾਂਦਾ ਹੈਗਾ। ਭੈਣ ਦਾ ਰਿਸ਼ਤਾ, ਬੇਟੀ ਦਾ ਰਿਸ਼ਤਾ, ਫਿਰ ਉਹ ਤੋਂ ਵੇਖੋ ਜਦੋਂ ਵਿਆਹੀ ਜਾਂਦੀ ਆ, ਫਿਰ ਨੂੰਹ ਦਾ ਰਿਸ਼ਤਾ ਬਣਦਾ ਹੈਗਾ, ਭਰਜਾਈ ਦਾ। ਵੇਖੋ ਕਿੱਡਾ ਲੰਬਾ ਉਹ ਪੀਰੀਅਡ ਰਿਸ਼ਤਿਆਂ ਦਾ ਨਿਭਾਉਂਦੀ ਹੈਗੀ ਆ। ਸੁਨੇਹਾ ਦੇਣਾ ਚਾਹੁੰਦੇ ਹੋ ਜੀ, ਜਿਹੜੇ ਧੀਆਂ ਜੰਮਣ ਤੋਂ ਡਰਦੇ ਨੇ ਜਾਂ ਧੀਆਂ ਨੂੰ ਟੁੱਟਾਂ ਦੇ ਵਿੱਚ ਹੀ ਮਾਰ ਦਿੰਦੇ ਨੇ, ਕੀ ਸੁਨੇਹਾ ਦਿੰਦੇ ਨੇ? ਉਹ ਰਾਖਸ਼ ਲੋਕ ਹੈਗੇ ਆ, ਬੇਸ਼ਰਮ ਲੋਕ ਆ, ਉਹਨਾਂ ਨੂੰ ਪਤਾ ਹੀ ਨਹੀਂ ਆ। ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੋ। ਉਹਦੇ ਹੁਕਮ ਦੇ ਅੰਦਰ ਜਦੋਂ ਰਹਿਣਾ ਸ਼ੁਰੂ ਕਰ ਦੋਗੇ ਨਾ, ਅਤੇ ਸੱਤੇ ਖੈਰਾਂ ਤੁਹਾਡੇ ਘਰ ਪੈਣੀਆਂ ਵਾ। ਮੈਂ ਇੱਕ ਬੇਨਤੀ ਕਰਦਾ ਵਾਂ, ਅਜੇ ਤੱਕ ਮੈਂ ਨੋਟਾਂ ਨੂੰ ਰੱਦੀ ਕਹਿੰਦਾ ਵਾਂ, ਮੈਨੂੰ ਕਿਸੇ ਵੀ ਰੱਦੀ ਦਾ ਅਜੇ ਤੱਕ ਘਾਟਾ ਨਹੀਂ ਹੋਇਆ, ਕਿਉਂਕਿ ਉਹਦੇ ਹੁਕਮ ਦੇ ਵਿੱਚ ਰਹਿਣ ਡਏ ਨਾ। ਅਸੀਂ ਨੇ ਸੱਚੇ ਪਾਤਸ਼ਾਹ ਜਿੱਦਾਂ ਰੱਖਦੇ ਪਏ, ਬਹੁਤ ਵਧੀਆ ਰੱਖਦੇ ਪਏ ਜੇ ਘਰ ਦੇ ਵਿੱਚ ਪ੍ਰਸ਼ਾਦਾ ਨਾ ਵੀ ਹੋਵੇ, ਲਾਮਾ ਨਹੀਂ ਦਿੱਤਾ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਨੂੰ। ਕਦੀ ਕਿਸੇ ਨੂੰ ਲਾਮਾ ਨਹੀਂ ਦਿੱਤਾ ਕਿ ਸੱਚੇ ਪਾਤਸ਼ਾਹ ਕੋਈ ਪ੍ਰਸ਼ਾਦਾ ਨਹੀਂ ਗਾ ਘਰ, ਨਹੀਂ। ਉਹ ਸਿਰਫ ਇੱਕੋ ਹੀ ਮੈਸੇਜ ਦੇਣ ਡਏ ਸੀ, ਇੱਕੋ ਹੀ ਮੈਸੇਜ ਦੇਣ ਡਏ ਹੈਗੇ ਆ ਵੀ ਧੀਆਂ ਦਾ ਸਤਿਕਾਰ ਕਰੋ। ਜਿਹੜੀਆਂ ਧੀਆਂ ਹੈਗੀਆਂ ਵਾ, ਸਤਿਕਾਰਯੋਗ ਹੈਗੀਆਂ ਵਾ, ਇਹ ਸਤਿਕਾਰ ਦੇ ਪਾਤਰ ਹੈਗੀਆਂ ਵਾ। ਅਤੇ ਮੈਂ ਉਹਨਾਂ ਨੂੰ ਧੀਆਂ ਨੂੰ ਵੀ ਇੱਕ ਬੇਨਤੀ ਕਰਦਾ, ਮੈਂ ਜਿਹੜੀਆਂ ਭੱਜ ਕੇ ਵਿਆਹ ਕਰਨ ਲੈਂਦੀਆਂ ਹੋਵੇ, ਹੱਥ ਜੋੜ ਕੇ ਬੇਨਤੀ ਹੋ, ਨਾ ਕਰੋ ਇਹੋ ਜਿਹੇ ਕੰਮ। ਸਰਕਾਰਾਂ ਨੇ ਤੁਹਾਨੂੰ ਖੁੱਲ੍ਹੀਆਂ ਛੁੱਟੀਆਂ ਦੇ ਦਿੱਤੀਆਂ, ਸਰਕਾਰਾਂ ਨੇ ਖੁੱਲ੍ਹੀਆਂ ਛੁੱਟੀਆਂ ਇਸ ਲਈ ਦਿੱਤੀਆਂ, ਉਹਨਾਂ ਨੂੰ ਤਾਂ ਆਪਣੀਆਂ ਵੋਟਾਂ ਨਾਲ ਮਤਲਬ ਇਹ ਵਾ, ਉਹਨੂੰ ਤੁਹਾਡੇ ਘਰ ਨਾਲ ਮਤਲਬ ਥੋੜ੍ਹਾ ਹੈਗਾ ਵਾ। ਸਿਰਫ ਕਾਨੂੰਨ ਬਣਾਤੇ ਇਹੋ ਜਿਹੇ ਵੀ ਧੀਆਂ ਭੱਜ ਕੇ ਵਿਆਹ ਕਰ ਲੈਣ 18 ਸਾਲ ਤੋਂ ਬਾਅਦ ਜੀ। ਤੁਸੀਂ ਨੂੰ ਪੁੱਛ ਨਹੀਂ ਸਕਦਾ। ਜਾਓ ਵੇਖੋ ਕੀ ਬਣਿਆ ਵਾ। ਕਲਯੁੱਗ ਦਾ ਪਹਿਰਾ ਲੱਗਾ ਹੋਇਆ ਵਾ, ਕਲਯੁੱਗ ਦਾ ਪਹਿਰਾ ਹੀ ਹੋ ਗਿਆ ਨਾ। ਇੱਕ ਬਾਪੂ ਜਿਹੜਾ ਆਪਣੀ ਧੀ ਨੂੰ ਬੜੇ ਲਾਡ ਚਾਅ ਨਾਲ, ਇੱਧਰ ਮੇਰੀ ਗੱਲ ਸੁਣੋ, ਸਕੂਲੇ ਭੇਜਦਾ, ਉਹਦੀਆਂ ਫੀਸਾਂ ਤਾਰਦਾ ਵਾ, ਅਤੇ ਜਦੋਂ ਉਹ ਕਿਸੇ ਮੁੰਡੇ ਨਾਲ ਭੱਜ ਜਾਂਦੀ ਆ, ਅਤੇ ਫਿਰ ਬਾਪੂ ਦੇ ਦਿਲ 'ਤੇ ਕੀ ਬੀਤਦੀ ਆ, ਅਤੇ ਵਾਹਿਗੁਰੂ ਜਾਣਦਾ। ਅਤੇ
ਉਹ ਮਾਲਕ ਹੀ ਜਾਣਦਾ ਹੈਗਾ ਵਾ। ਹਾਂਜੀ, ਮੈਂ ਡਾਕਟਰ ਨਿਵੇਦਿਤਾ ਸ਼ਰਮਾ, ਮੈਂ ਧਰੁਵ ਨਰਸਿੰਗ ਹੋਮ ਦੀ ਗਾਇਨੀਕੋਲੋਜਿਸਟ ਹੈਗੀ ਹਾਂ। ਜੀ ਅੱਜ ਬਿਟੀਆ ਨੇ ਤੁਹਾਡੇ ਹਸਪੀਟਲ 'ਚ ਜਨਮ ਲਿਆ ਤਾਂ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਹੈ ਉਹਦੇ ਜਨਮ ਤੇ ਮਨਾਇਆ ਗਿਆ, ਕਿਸ ਤਰ੍ਹਾਂ ਉਹਨੂੰ ਜੀਆ ਗਿਆ ਗਿਆ? ਇਸ ਪਰਿਵਾਰ ਨੇ ਨਵੇਂ ਜੰਮੇ ਬੱਚੇ ਨੂੰ ਚਾਂਦੀ ਦੇ ਸਿੱਕਿਆਂ ਨਾਲ ਹੀ ਧੋਈ ਹੈ, ਜਿਹਦੇ ਨਾਲ ਕਿ ਅਸੀਂ ਸਾਰੇ ਬਹੁਤ ਖੁਸ਼ ਹੈਗੇ ਹਾਂ ਅਤੇ ਸਾਨੂੰ ਵੀ ਇੱਕ ਪ੍ਰੇਰਨਾ ਮਿਲੀ ਕਿ ਰੱਬ ਸਾਡੇ ਵੀ ਘਰ ਕਦੀ ਕੋਈ ਬੇਟੀ ਜੀ ਭੇਜੇਗਾ ਅਤੇ ਅਸੀਂ ਵੀ ਇਸ ਤਰ੍ਹਾਂ ਹੀ ਉਹਦੇ ਜਨਮ ਨੂੰ ਮਨਾਵਾਂਗੇ, ਇੰਝ ਹੀ ਅਸੀਂ ਖੁਸ਼ੀ ਮਨਾਵਾਂਗੇ। ਮੈਮ ਤੁਹਾਡੇ ਹਸਪੀਟਲ 'ਚ ਬਹੁਤ ਸਾਰੇ ਬੱਚੇ ਜਨਮ ਲੈਂਦੇ ਨੇ, ਮੈਨੂੰ ਇਹ ਦੱਸੋ ਕਿ ਜ਼ਿਆਦਾਤਰ ਜਦੋਂ ਬੱਚਾ ਹੋਣ ਵਾਲਾ ਹੁੰਦਾ ਉਹਨਾਂ ਦੇ ਪਰਿਵਾਰ ਵਾਲੇ ਕਿਸ ਤਰ੍ਹਾਂ ਦੀ ਉਮੀਦਾਂ ਲਾ ਕੇ ਬੈਠੇ ਹੁੰਦੇ ਨੇ ਕਿ ਬੱਚਾ ਬੇਟਾ ਹੋਵੇ ਜਾਂ ਬੇਟੀ ਹੋਵੇ? 90% ਯੋਗਾ ਨੂੰ ਤੇ ਨਹੀਂ ਫਰਕ ਪੈਂਦਾ ਬੇਟਾ ਜਾਂ ਬੇਟੀ, ਉਹਨਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਚਾਹੇ ਬੇਟਾ ਪੈਦਾ ਹੋਵੇ ਚਾਹੇ ਬੇਟੀ ਪੈਦਾ ਹੋਵੇ। 10 ਚੋਂ ਕੋਈ ਇੱਕ ਪਰਿਵਾਰ ਹੁੰਦਾ ਜਿਹੜਾ ਚਾਹੁੰਦਾ ਹੁੰਦਾ ਕਿ ਸਾਡੇ ਘਰ ਦੇ ਡਾਕਟਰ ਸਾਹਿਬ ਬੇਟਾ ਹੀ ਹੋਣਾ ਚਾਹੀਦਾ ਹੈ, ਬੇਟੀ ਤੇ ਇੱਕ ਹੈਗੀ ਸਾਡੇ ਕੋਈ, ਦੂਜੀ ਬੇਟੀ ਸਾਨੂੰ ਨਹੀਂ ਜੇ ਚਾਹੀਦੀ। ਕਿਸ ਤਰ੍ਹਾਂ ਵੀ ਕਰਕੇ ਸਾਨੂੰ ਕੋਈ ਦਵਾਈ ਦੇ ਦਿਓ, ਸਾਡਾ ਅਸੀਂ IVF ਵੀ ਕਰਾਉਣ ਨੂੰ ਤਿਆਰ ਹਾਂ ਜੇ ਸਾਡੇ ਘਰ ਤੁਸੀਂ ਗਰੰਟੀ ਦਿੰਦੇ ਹੋ ਕਿ ਬੇਟਾ ਹੋਏਗਾ। ਉੱਥੇ ਫਿਰ ਅਸੀਂ ਹੱਥ ਖੜੇ ਕਰ ਦਈਦੇ ਵੀ ਕੋਈ ਸਾਇੰਸ ਕੋਈ ਚੀਜ਼ ਇਸ ਚੀਜ਼ 'ਚ ਤੁਹਾਡੀ ਮਦਦ ਨਹੀਂ ਕਰ ਸਕਦੀ, ਇਹ ਪ੍ਰਭੂ ਦੀ ਦੇਣ ਹੈ, ਪ੍ਰਭੂ ਜੋ ਦੇਵੇ ਉਹ ਤੁਹਾਨੂੰ ਸਵੀਕਾਰ ਕਰਨਾ ਚਾਹੀਦਾ। ਸੋਚੋ ਕਿੰਨੇ ਕੁ ਪਰਿਵਾਰ ਇਸ ਤਰ੍ਹਾਂ ਦੇ ਨੇ ਜੀ ਜਦੋਂ ਧੀ ਜੰਮਦੀ ਹੈ ਤਾਂ ਉਹਦੇ ਵਾਸਤੇ ਲੱਡੂ ਵੰਡਦੇ ਨੇ ਜਾਂ ਉਹਨਾਂ ਨੂੰ ਚਾਂਦੀ ਦੇ ਸਿੱਕਿਆਂ ਨਾਲ, ਜਿੰਨਾ ਇਹਨਾਂ ਦੇ ਪਰਿਵਾਰ ਨੇ ਬੋਲਿਆ। ਸਿੱਕਿਆਂ ਨਾਲ ਤੇ ਨਹੀਂ ਤੋਜਦੇ, ਪਰ ਡੱਬੇ ਤੇ 70-80% ਡੱਬੇ ਵੰਡ ਦਿੰਦੇ ਆ ਜੀ। ਹਾਂਜੀ। ਮੈਡਮ ਤੁਸੀਂ ਵੀ ਧੀ ਜੇ ਭੈਣ ਜੇ ਕਿਸੇ ਦੀ, ਹਾਂਜੀ। ਬਹੁਤ ਸਾਰੇ ਲੋਕੀ ਇਸ ਤਰ੍ਹਾਂ ਦੇ ਵੀ ਨੇ ਜਿਹੜੀਆਂ ਧੀਆਂ ਜੰਮਣ ਤੋਂ ਡਰਦੇ ਨੇ ਜਾਂ ਉਹਨਾਂ ਨੂੰ ਕੋਠੇ ਦੇ ਵਿੱਚ ਹੀ ਪੈਦਾ ਹੋਣ ਤੋਂ ਪਹਿਲਾਂ ਮਾਰ ਦਿੰਦੇ ਨੇ, ਕੀ ਕਹੋਗੇ ਇਸ ਤੇ? ਮੈਂ ਕਹਾਂਗੀ ਕਿ ਰੱਬ ਨੇ ਦੋਨੋਂ ਜੀਆਂ ਨੂੰ ਪੈਦਾ ਕਰਨ ਦਾ ਉਨਾ ਹੀ ਮੌਕਾ ਦਿੱਤਾ, ਉਨਾ ਹੀ ਇਸ ਦੁਨੀਆ 'ਚ ਆਉਣ ਦਾ ਮੌਕਾ ਦਿੱਤਾ ਹੈ ਜਿੰਨਾ ਕਿ ਮੁੰਡੇ ਨੂੰ ਦਿੱਤਾ ਆ ਗਿਆ ਹੈ। ਸਿਰਫ ਇਸ ਕਰਕੇ ਕਿਸੇ ਦੀ ਹੱਤਿਆ ਕਰਤੀ ਜਾਵੇ ਕਿ ਉਹ ਕੁੜੀ ਹੈ, ਇਹ ਸਹੀ ਨਹੀਂ ਹੈ। ਜਦੋਂ ਰੱਬ ਨੇ ਇਹਨੂੰ ਇੱਕ ਪਰਦਾ ਰੱਖਿਆ ਅੰਦਰ ਕੀ ਬੱਚਾ ਬਾਈਦਾ ਪਿਆ ਹੈ, ਕੁੜੀ ਹੈ ਜਾਂ ਮੁੰਡਾ, ਤੇ ਅਸੀਂ ਯੋਗ ਸਾਇੰਸ ਦਾ ਇਸ ਵਾਸਤੇ ਮਿਸਯੂਜ਼ ਕਰਕੇ ਅੰਦਰ ਪੈਦਾ ਹੋਣ ਵਾਲੇ ਬੱਚੇ ਦਾ ਦੇਖ ਕੇ ਵੀ ਸੈਕਸ ਕੀ ਹੈ, ਫੀਮੇਲ ਤੇ ਨਹੀਂ ਹੈ, ਤੇ ਅਸੀਂ ਉਹਦਾ ਹੱਤਿਆ ਕਰ ਰਹੇ। ਇਹ ਹੱਤਿਆ ਕੀ ਹੈ, ਇਹਨੂੰ ਕੋਈ ਵੀ ਮਾਫ ਨਹੀਂ ਕਰੇਗਾ। ਇਹ ਜਦੋਂ ਤੁਸੀਂ ਕੋਖ ਵਿੱਚ, ਜਿਸ ਕੋਖ ਵਿੱਚ ਬੱਚੇ ਨੇ ਸੰਰਕਸ਼ਣ ਕੀਤਾ ਸੀ, ਪ੍ਰੋਟੈਕਸ਼ਨ ਮੰਗੀ ਸੀ, ਉਹ ਕੋਖ ਹੀ ਬੱਚੇ ਦੀ ਕਾਤਲ ਬਣ ਜਾਏਗੀ ਤੇ ਉਸ ਕੋਖ ਨੂੰ ਰੱਬ ਵੀ ਮਾਫ ਨਹੀਂ ਕਰੇਗਾ। ਜੀ ਤੁਸੀਂ ਵੀ ਇੱਕ ਵਧੀਆ ਅਹੁਦੇ ਤੇ ਬੈਠੇ ਹੋ ਜੀ, ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਧੀਆਂ ਨੂੰ ਕਿਸ ਤਰ੍ਹਾਂ ਆਪਣੇ ਮਾਂ-ਬਾਪ ਦੀ ਇੱਜ਼ਤ ਦਾ ਜਿਹੜਾ ਰੱਖਿਆ ਕਰਨਾ ਤੇ ਕਿਵੇਂ ਉਹਨਾਂ ਦਾ ਪਿਆਰ ਲੈਣ ਜੀ? ਇਹ ਜੀ ਘਰ ਦੇ ਮਾਹੌਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜੀ। ਘਰ 'ਚ ਮਾਹੌਲ ਬੱਚੇ ਨੂੰ ਅੱਛਾ ਮਿਲਦਾ ਹੈ, ਪਿਆਰ ਦਾ, ਇੱਜ਼ਤ ਦਾ, ਔਰ ਉਹਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾਂਦੇ ਹੈ, ਤੇ ਕੁੜੀਆਂ ਤੇ ਮੁੰਡਿਆਂ ਦੀ ਗਰੋਥ ਵਿੱਚ ਕੋਈ ਫਰਕ ਨਹੀਂ ਹੋਏਗਾ। ਕੁੜੀਆਂ ਵੀ ਮਾਂ-ਬਾਪ ਦਾ ਨਾਮ ਓਨਾ ਹੀ ਰੌਸ਼ਨ ਕਰਦੀਆਂ ਜਿੰਨਾ ਮੁੰਡੇ ਕਰਦੇ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।